पंजाब एग्रो दे 5 रिवर ने पाई ऐसी धमाल, आर्गेनिक फार्मिंग दी ओ कीती कायम मसाल। इस ऑर्गेनिक खेती नूं आओ सर्टिफाई कराइए, आटा चावल किन्नू दलिया इस ब्रांड दा खाइए। ਇਹ जैविक खेती उत्पादां दा नहीं है कोई मेल, हल्दी छोले बासमती कनोला सरों दा तेल। ओ ਜ਼ਹਿਰਾਂ ਮੁਕਤ ਤੇ खेती वीरो आ जो रले बनाइए, अपने सोहणे पंजाब नूं मुड़ तंदुरुस्त बनाइए, मुड़ तंदुरुस्त बनाइए। ਆਮ ਕਿਸਾਨ ਨੂੰ ਬਣਾਵੇ ਹਾਈ ਅਚੀਵਰ, ਪੰਜਾਬ ਐਗਰੋ ਦਾ 5 ਰਿਵਰ। ਕਿਸਾਨ ਦੋਸਤੋ, ਪੰਜਾਬ ਐਗਰੋ ਦਾ ਹਫ਼ਤਾਵਾਰੀ ਪ੍ਰੋਗਰਾਮ 5 ਰਿਵਰ ਲੈ ਕੇ ਮੈਂ ਬਾਲਮੁਕੰਦ ਸ਼ਰਮਾ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਅਸੀਂ ਕਣਕ ਦੀ ਬਿਜਾਈ 'ਚੋਂ ਲੰਘ ਰਹੇ ਹਾਂ ਅਤੇ ਕਣਕ ਦੇ ਲਾਹੇਵੰਦ ਝਾੜ ਲੈਣ ਲਈ ਵੱਖੋ ਵੱਖਰੇ ਸਮੇਂ 'ਤੇ ਨੁਕਤੇ ਸਾਂਝੇ ਕਰਦੇ ਰਹਿੰਦੇ ਹਾਂ। ਔਰ ਖਾਦਾਂ ਦੀ ਗੱਲ ਅਸੀਂ ਅਕਸਰ ਕਰਦੇ ਹਾਂ, ਔਰ ਜਦੋਂ ਗੱਲ ਕਰਦੇ ਹਾਂ ਅਕਸਰ ਰਸਾਇਣਿਕ ਖਾਦਾਂ ਦੀ ਗੱਲ ਕਰਦੇ ਹਾਂ, ਕੈਮੀਕਲ ਫਰਟੀਲਾਈਜ਼ਰ ਦੀ ਗੱਲ ਕਰਦੇ ਹਾਂ। ਪਰ ਦੋਸਤੋ, ਸਮਾਂ ਉਹ ਆ ਚੁੱਕਾ ਜਦੋਂ ਖਾਦਾਂ ਦੇ ਵਿੱਚ ਵੀ ਜੀਵਾਣੂ ਖਾਦਾਂ ਬਹੁਤ ਅਹਿਮ ਭੂਮਿਕਾ ਨਿਭਾਉਂਦੀਆਂ। ਤੁਹਾਡੀ ਕਣਕ ਦਾ ਝਾੜ ਵਧਾਉਣ ਲਈ PAU ਨੇ ਇੱਕ ਬਹੁਤ ਵੱਡਾ ਉਦਮ ਕੀਤਾ। ਉਸ ਉਦਮ ਕਰਕੇ ਪੇਟੈਂਟ ਮਿਲਿਆ ਔਰ PAU ਨੇ ਏਡੀ ਵੱਡੀ ਮੱਲ ਮਾਰੀ ਕਿ ਕਿਸਾਨਾਂ ਦੀ ਕਣਕ ਦਾ ਝਾੜ ਵਧਾਉਣ ਵਾਸਤੇ ਇਹ ਜਿਹੜੀ ਖਾਦ ਲੈ ਕੇ ਆਏ ਆ, ਉਹੀ ਸਾਡਾ ਵਿਸ਼ਾ ਕਣਕ ਦੀ ਫਸਲ ਲਈ ਜੀਵਾਣੂ ਖਾਦਾਂ। ਅਤੇ ਚਰਚਾ ਕਰਨ ਲਈ ਸੱਦਾ ਦਿੱਤਾ ਜੋ PAU ਵਿੱਚ ਮਾਈਕਰੋਬਾਇਓਲੋਜੀ ਵਿਭਾਗ ਹੈ, ਉਸ ਵਿਭਾਗ ਵਿੱਚ ਸਹਾਇਕ ਪ੍ਰੋਫੈਸਰ ਤੌਰ 'ਤੇ ਸੇਵਾ ਨਿਭਾ ਰਹੇ ਡਾਕਟਰ ਪ੍ਰਤਿਭਾ ਵਿਆਸ ਮੈਡਮ, ਸਵਾਗਤ ਤੁਹਾਡਾ ਬਹੁਤ ਬਹੁਤ। ਅਤੇ ਸਾਥ ਦੇਣ ਵਾਸਤੇ ਜੋ ਖੁਦ ਮਾਈਕਰੋਬਾਇਓਲੋਜਿਸਟ ਨੇ, PAU ਦੇ ਇਸੇ ਵਿਭਾਗ ਤੈਨਾਤ ਨੇ, ਮੇਰੀ ਮੁਰਾਦ ਹੈ ਡਾਕਟਰ ਜਪਿੰਦਰ ਕੌਰ। ਸਵਾਗਤ ਹੈ ਮੈਡਮ ਤੁਹਾਡਾ ਬਹੁਤ ਬਹੁਤ। ਸੋ ਮੈਂ ਤੁਹਾਡੇ ਵੱਲੋਂ, ਆਪਣੇ ਵੱਲੋਂ, ਪੰਜਾਬ ਐਗਰੋ ਵੱਲੋਂ ਇੱਕ ਵਾਰ ਫਿਰ ਜੀ ਆਇਆਂ ਕਹਿੰਦਾ ਮੈਡਮ ਵਿਆਸ ਨੂੰ, ਮੈਡਮ ਜਪਿੰਦਰ ਜੀ ਨੂੰ। ਅਤੇ ਮੈਡਮ ਵਿਆਸ, ਤੁਹਾਤੋਂ ਗੱਲ ਸ਼ੁਰੂ ਕਰਾਂਗੇ ਕਿ ਜੀਵਾਣੂ ਖਾਦਾਂ ਦੀ ਗੱਲ ਮੇਰੇ ਖਿਆਲ ਅਸੀਂ ਆਪਣੇ ਖੇਤੀਬਾੜੀ ਪ੍ਰੋਗਰਾਮ 'ਚ ਪਹਿਲੀ ਵਾਰੀ ਕਰਨ ਲੱਗੇ ਹਾਂ। ਸੋ ਸਾਡੇ ਕਿਸਾਨਾਂ ਨੂੰ ਜਾਣੂ ਕਰਾਓ ਕਿ ਜੀਵਾਣੂ ਖਾਦਾਂ ਹੁੰਦੀਆਂ ਕੀ ਆ। ਜੀ, ਸਭ ਤੋਂ ਪਹਿਲਾਂ ਤਾਂ ਕਿਸਾਨ ਵੀਰਾਂ ਨੂੰ ਮੇਰਾ ਬਹੁਤ-ਬਹੁਤ ਸਤਿ ਸ਼੍ਰੀ ਅਕਾਲ। ਅਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀਵਾਣੂ ਖਾਦਾਂ ਹੁੰਦੀਆਂ ਕੀ ਨੇ। ਜੀਵਾਣੂ ਖਾਦਾਂ ਦੇ ਵਿੱਚ ਲਾਭਦਾਇਕ ਜੀਵਾਣੂ ਹੁੰਦੇ ਨੇ, ਜਿਨ੍ਹਾਂ ਨੂੰ ਜਦੋਂ ਅਸੀਂ ਬੀਆਂ ਨੂੰ ਲਾਈਏ ਜਾਂ ਫਿਰ ਪਨੀਰੀ ਦੀ ਜੜ੍ਹਾਂ ਨੂੰ ਲਾਈਏ ਜਾਂ ਫਿਰ ਮਿੱਟੀ 'ਚ ਮਿਲਾ ਦਈਏ ਤਾਂ ਉਹ ਜਿਹੜੀ ਫਸਲਾਂ ਦੀ ਪੈਦਾਵਾਰ ਨੂੰ ਵਧਾਉਂਦੇ ਨੇ ਅਤੇ ਜਿਹੜੇ ਪੌਦਿਆਂ ਦੇ ਵਿਕਾਸ ਦੇ ਵਿੱਚ ਵੀ ਸਹਾਇਕ ਹੁੰਦੇ ਨੇ। ਅਤੇ ਇਹ ਜੀਵਾਣੂ ਖਾਦਾਂ ਦੇ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵੀ ਵੱਧ ਹੁੰਦੀ ਹੈ। ਯਾਨੀ ਕਿ ਇਹ ਜਿਹੜਾ ਅਪਲਾਈ ਕਰਨ ਦੇ ਨਾਲ ਜਿਹੜੇ ਤੁਹਾਡੀ ਆ ਸੋਇਲ ਵਾ ਉਹ ਵੀ ਰਿਚ ਹੋ ਜਾਂਦੀ ਆ, ਬੀਜ ਜਿਹੜਾ ਉਹ ਵੀ ਜ਼ਿਆਦਾ ਸਮਰਥਾਵਾਨ ਹੋ ਜਾਂਦਾ ਜੀ, ਬਿਲਕੁਲ। ਅਤੇ ਉਹਦਾ ਜਿਹੜਾ ਝਾੜ ਵੱਧ ਜਾਂਦਾ, ਵੱਧ ਹੁੰਦਾ ਹੈ। ਅਤੇ ਆਪਾਂ ਹੁਣ ਗੱਲ ਕਰ ਰਹੇ ਹਾਂ ਜਪਿੰਦਰ ਜੀ ਤੁਹਾਡੇ ਨਾਲ ਕਿ ਜਿਹੜੀਆਂ ਜੀਵਾਣੂ ਖਾਦਾਂ ਵਾ ਇਹਦੀ ਲੋੜ ਕਿਉਂ ਪੈਂਦੀ ਆ, ਇਹਦੀ ਜ਼ਰੂਰਤ ਕਿਉਂ ਆ, ਜਾਂ ਕਿਸਾਨ ਵੀਰ ਜਿਹੜੇ ਆ ਉਹ ਜੀਵਾਣੂ ਖਾਦਾਂ ਕਿਉਂ ਅਪਣਾਉਣ। ਸਰ ਦੇਖੋ, ਜਿਹੜੀ 3 ਟਾਈਮ ਦੀ ਰੋਟੀ ਆ ਉਹ ਸਾਡੀ ਮੁੱਖ ਜ਼ਰੂਰਤ ਹੈ ਤੇ ਪੰਜਾਬ ਵਿੱਚ ਖੇਤੀਬਾੜੀ ਸਿਰਫ ਇੱਕ ਭੋਜਨ ਦਾ ਸਰੋਤ ਨਹੀਂ ਆ, ਸਾਡੀ ਆਮਦਨ ਦਾ ਸਾਧਨ ਵੀ ਆ। ਪਰ ਹੁਣ ਕੀ ਹੋ ਰਿਹਾ ਕਿ ਦਿਨ ਬ ਦਿਨ ਹੋ ਰਿਹਾ ਕਿ ਸਾਡੀ ਜਿਹੜੀ ਖੇਤੀਬਾੜੀ ਅਧੀਨ ਰਕਬਾ ਘਟ ਰਿਹਾ, ਸਾਡੀ ਜਨਸੰਖਿਆ ਵੱਧ ਰਹੀ ਆ। ਹਾਂਜੀ, ਸਾਡੇ ਲਈ ਹੁਣ ਚੈਲੰਜ ਇਹ ਆ ਕਿ ਘੱਟ ਜ਼ਮੀਨ 'ਚੋਂ ਵੱਧ ਪੈਦਾਵਾਰ ਕਿਵੇਂ ਲੈਣੀ ਹੈ। ਹਾਂਜੀ, ਸੋ ਉਹਦੇ ਲਈ ਅਸੀਂ ਵਰਤਦੇ ਹਾਂ ਰਸਾਇਣਿਕ ਖਾਦਾਂ, ਵਰਤਦੇ ਹਾਂ ਕੀਟਨਾਸ਼ਕ ਚੀਜ਼ਾਂ, ਵਰਤਦੇ ਹਾਂ, ਪਰ ਉਹ ਕਿਤੇ ਨਾ ਕਿਤੇ ਸਾਡੀ ਜਿਹੜੀ ਮਿੱਟੀ ਦੀ ਸਿਹਤ ਆ ਉਹ 'ਤੇ ਬੁਰਾ ਪ੍ਰਭਾਵ ਪਾਉਂਦੀਆਂ ਨੇ। ਸਾਡੀ ਮਿੱਟੀ ਦੀ ਜਿਹੜੀ ਉਪਜਾਊ ਸ਼ਕਤੀ ਦਾ ਪੱਧਰ ਆ ਉਹ ਘਟਦਾ ਜਾ ਰਿਹਾ। ਸੋ ਉਸ ਚੀਜ਼ ਨੂੰ ਹੁਣ ਅਸੀਂ ਬੈਲੈਂਸ ਆਊਟ ਕਰਨਾ ਕਿ ਜੇ ਅਸੀਂ ਰਸਾਇਣਿਕ ਖਾਦਾਂ ਪਾ ਰਹੇ ਹਾਂ ਜਾਂ ਕੀਟਨਾਸ਼ਕ ਵਰਤ ਰਹੇ ਹਾਂ ਤਾਂ ਇਹੋ ਜਿਹੀ ਕੀ ਚੀਜ਼ ਕਰੀਏ ਕਿ ਸਾਡੀ ਜਿਹੜੀ ਮਿੱਟੀ ਆ ਉਹਦਾ ਜਿਹੜੀ ਸਿਹਤ ਆ ਉਹ ਵੀ ਬਰਕਰਾਰ ਰਹੇ, ਜਿਹੜੀ ਉਪਜਾਊ ਸ਼ਕਤੀ ਆ ਉਹ ਵੀ ਵੱਧ ਜਾਵੇ। ਸੋ ਉਸ ਲਈ ਸਭ ਤੋਂ ਵਧੀਆ ਚੀਜ਼ ਹੈ ਕਿ ਅਸੀਂ ਜੀਵਾਣੂ ਖਾਦਾਂ ਵਰਤੀਏ, ਜੈਵਿਕ ਖੇਤੀ ਕਰੀਏ। ਜੀਵਾਣੂ ਖਾਦਾਂ ਜੋ ਰਸਾਇਣਿਕ ਖਾਦਾਂ ਜਿਵੇਂ ਸਾਡੀ ਫਸਲਾਂ ਨੂੰ ਖੁਰਾਕੀ ਤੱਤ ਦਿੰਦੀਆਂ ਨੇ, ਉਵੇਂ ਜਿਹੜੇ ਜੀਵਾਣੂ ਖਾਦਾਂ ਨੇ ਸਾਡੀ ਫਸਲਾਂ ਲਈ ਖੁਰਾਕੀ ਤੱਤਾਂ ਦਾ ਸਰੋਤ ਨੇ। ਉਹ ਉਹਨਾਂ ਨੂੰ ਜਿਵੇਂ ਨਾਈਟ੍ਰੋਜਨ, ਫਾਸਫੋਰਸ ਦੇਣਗੀਆਂ, ਜਿਹਦੇ ਨਾਲ ਸਾਡੀ ਮਿੱਟੀ ਦੀ ਸਿਹਤ ਦਾ ਸੁਧਾਰ ਆਊਗਾ ਹੀ ਆਊਗਾ, ਨਾਲ ਸਾਡੀ ਜਿਹੜੀ ਫਸਲਾਂ ਦੀ ਆ ਉਹਨਾਂ ਦੀ ਉਪਜਾਊ ਸ਼ਕਤੀ ਵੀ ਵਧੂਗੀ। ਯਾਨੀ ਕਿਸਾਨ ਦੋਸਤੋ, ਬੜੀ ਲਾਹੇਵੰਦ ਗੱਲ ਡਾਕਟਰ ਜਪਿੰਦਰ ਹੋਰਾਂ ਨੇ ਕੀਤੀ ਆ ਕਿ ਅਸੀਂ ਜਿਹੜੀਆਂ ਖਾਦਾਂ, ਰਸਾਇਣਿਕ ਖਾਦਾਂ ਵਰਤਦੇ ਹਾਂ ਉਹਦੇ ਸਾਈਡ ਇਫੈਕਟਸ ਵੀ ਸਾਨੂੰ ਝੱਲਣੇ ਪੈਂਦੇ ਆ, ਅਤੇ ਜਿਹੜੀਆਂ ਇਹ ਖਾਦਾਂ ਵਾ ਉਹ ਸਾਨੂੰ ਸਾਈਡ ਇਫੈਕਟ ਨਹੀਂ ਦੇਣਗੀਆਂ। ਇਹਦਾ ਲਾਭ ਹੀ ਲਾਭ ਆ, ਹਾਨੀ ਕੋਈ ਹੈ ਹੀ ਨਹੀਂ। ਅਤੇ ਮੈਂ ਡਾਕਟਰ ਵਿਆਸ ਤੁਹਾਡੇ ਕੋਲ ਦੁਬਾਰਾ ਆ ਰਿਹਾ ਕਿ ਜੀਵਾਣੂ ਖਾਦਾਂ ਦੀ ਗੱਲ ਚੱਲ ਰਹੀ ਆ, ਇਹ ਖਾਦਾਂ ਕੰਮ ਕਿਵੇਂ ਕਰਦੀਆਂ, ਮੋਡ ਆਫ ਐਕਸ਼ਨ ਕੀ ਇਹਨਾਂ ਦਾ? ਓਕੇ ਸ਼ਰਮਾ ਸਰ, ਇਹ ਜੀਵਾਣੂ ਖਾਦਾਂ ਜਿੱਦਾਂ ਮੈਂ ਪਹਿਲੇ ਵੀ ਕਿਹਾ ਤੁਹਾਨੂੰ ਕਿ ਜੀਵਾਣੂ ਹੁੰਦੇ ਨੇ ਲਾਭਦਾਇਕ,
ਤੇ ਜਿਹੜੇ ਜੀਵਾਣੂ ਲਾਭਦਾਇਕ ਹੈਗੇ ਨੇ ਇਹ ਵੱਖ-ਵੱਖ ਢੰਗ ਦੇ ਨਾਲ ਆਪਣਾ ਕੰਮ ਕਰਦੇ ਨੇ। ਜਿੱਦਾਂ ਹੁਣ ਸਭ ਤੋਂ ਪਹਿਲਾਂ ਅਸੀਂ ਗੱਲ ਕਰੀਏ ਤੇ ਨਾਈਟ੍ਰੋਜਨ ਦੀ, ਕਿਉਂਕਿ ਸਭ ਤੋਂ ਜ਼ਿਆਦਾ ਜ਼ਰੂਰੀ ਤੱਤ ਹੈਗਾ ਹੈ ਪੌਦਿਆਂ ਦੇ ਲਈ। ਤੇ ਸਾਨੂੰ ਪਤਾ ਹੈ ਹਵਾ ਦੇ ਵਿੱਚ ਲਗਭਗ 78% ਤੱਕ ਨਾਈਟ੍ਰੋਜਨ ਹੈਗੀ ਹੈ, ਬਟ ਉਹ ਨਾਈਟ੍ਰੋਜਨ ਹੈ N2 ਦੀ ਫਾਰਮ ਦੇ ਵਿੱਚ, ਜਿਹੜੇ ਕਿ ਪੌਦੇ ਲੈਣ 'ਚ ਸક્ષਮ ਨਹੀਂ ਹੈਗੇ। ਤੇ ਉਹ ਜੀਵਾਣੂ ਕੀ ਕਰਦੇ ਨੇ, ਉਹ ਨਾਈਟ੍ਰੋਜਨ ਨੂੰ N2 ਨੂੰ ਉਹ ਤਬਦੀਲ ਕਰਦੇ ਨੇ ਅਮੋਨੀਆ ਦੇ ਵਿੱਚ, ਤਾਂ ਕਿ ਉਹ ਅਮੋਨੀਆ ਜਿਹੜੀ ਕਿਉਂਕਿ ਘੁਲਣਸ਼ੀਲ ਹੈਗੀ ਹੈ ਤੇ ਉਹ ਪੌਦੇ ਉਹ ਲੈ ਸਕਦੇ ਨੇ, ਪੌਦੇ ਅਮੋਨੀਆ ਨੂੰ ਲੈਣ ਲਈ ਸક્ષਮ ਹੋ ਜਾਂਦੇ ਨੇ। ਤਾਂ ਇੱਕ ਤਾਂ ਇਹ ਕੰਮ ਹੋ ਗਿਆ ਜੀਵਾਣੂਆਂ ਦਾ। ਦੂਜੀ ਅਸੀਂ ਗੱਲ ਕਰੀਏ ਫਾਸਫੋਰਸ ਦੀ। ਫਾਸਫੋਰਸ ਦੂਜਾ ਖੁਰਾਕੀ ਤੱਤ ਹੈਗਾ ਹੈ ਪੌਦਿਆਂ ਦੇ ਵਿਕਾਸ ਦੇ ਲਈ। ਪਰ ਫਾਸਫੋਰਸ ਦੀ ਹੁਣ ਪ੍ਰੋਬਲਮ ਕੀ ਆਉਂਦੀ ਹੈ, ਜਦੋਂ ਅਸੀਂ ਰਸਾਇਣਿਕ ਖਾਦ ਪਾਈ ਜਾਂ ਕੁਝ ਵੀ ਫਾਸਫੋਰਸ ਦਾ ਕੋਈ ਵੀ ਸੋਰਸ ਅਸੀਂ ਪਾਇਆ, ਉਹ ਮਿੱਟੀ 'ਚ ਜਾ ਕੇ ਨਾ ਅਘੁਲਣਸ਼ੀਲ ਅਵਸਥਾ ਦੇ ਵਿੱਚ ਚਲਾ ਜਾਂਦਾ ਹੈ। ਤੇ ਉਹ ਜਦੋਂ ਅਘੁਲਣਸ਼ੀਲ ਫਾਸਫੋਰਸ ਹੋ ਜਾਂਦੀ ਹੈ, ਉਹ ਪੌਦੇ ਲੈਣ 'ਚ ਫਿਰ ਸક્ષਮ ਨਹੀਂ ਹੁੰਦੇ। ਤੇ ਬਹੁਤ ਸਾਰੇ ਜੀਵਾਣੂ ਇਸ ਤਰ੍ਹਾਂ ਦੇ ਨੇ ਕਿ ਉਹ ਜਿਹੜੀ ਅਘੁਲਣਸ਼ੀਲ ਫਾਸਫੋਰਸ ਹੈਗੀ ਹੈ ਉਹਨੂੰ ਜਿਹੜਾ ਹੈਗਾ ਘੁਲਣਸ਼ੀਲ ਬਣਾ ਕੇ ਉਹ ਫਿਰ ਪੌਦੇ ਜਿਹੜੇ ਹੈਗੇ ਨੇ, ਜਿਹੜੇ ਕ੍ਰੌਪਸ ਨੇ, ਉਹ ਲੈਣ ਲਈ ਸક્ષਮ ਹੋ ਜਾਂਦੇ ਨੇ। ਮੈਂ ਤੁਹਾਡੀ ਗੱਲ ਸਮਝ ਗਿਆ ਜੀ ਡਾਕਟਰ ਸਾਹਿਬ। ਤੁਹਾਡੀ ਗੱਲ ਤੋਂ ਮਤਲਬ ਇਹ ਨਿਕਲਦਾ ਕਿਸਾਨ ਭਰਾਵਾਂ ਵਾਸਤੇ ਕਿ ਜੇ ਆਪਾਂ ਇਹ ਜੀਵਾਣੂ ਖਾਦਾਂ ਵਰਤਾਂਗੇ ਤੇ ਜੇ ਅਸੀਂ 100 ਕਿਲੋ ਡਾਇਆ ਜਾਂ 2 ਬੋਰੇ ਡਾਇਆ ਦੇ ਪਾਏ ਆ ਤਾਂ ਉਹਦਾ ਜਿਹੜਾ ਪ੍ਰੋਪਰ ਵੈਲਿਊ ਕੱਢਣ ਲਈ DAP ਦਾ ਇਹ ਖਾਦਾਂ ਜਿਹੜੀਆਂ ਮਦਦ ਕਰਦੀਆਂ। ਬਿਲਕੁਲ, ਕਿਉਂਕਿ ਜਦੋਂ ਅਸੀਂ DAP ਪਾਈ ਤਾਂ ਜਦੋਂ ਅਸੀਂ ਪਾਈ ਤਾਂ ਇਮੀਡੀਏਟਲੀ ਪਲਾਂਟ ਨੇ ਤਾਂ ਉਹ ਲੈ ਲਈ, ਕੁਛ ਇੱਕ ਲੈ ਲਈ, ਬਾਕੀ ਜਿਹੜਾ ਸਰਪਲਸ ਹੁੰਦਾ ਹੈ ਉਹ ਮਿੱਟੀ 'ਚ ਜਾ ਕੇ ਅਘੁਲਣਸ਼ੀਲ ਬਣ ਜਾਂਦਾ। ਮਤਲਬ ਉਹ ਬਾਉਂਡ ਫਾਰਮ ਦੇ ਵਿੱਚ ਉਹਦਾ ਫਾਇਦਾ ਕੋਈ ਨਹੀਂ ਹੁੰਦਾ, ਉਹਦਾ ਕੋਈ ਫਾਇਦਾ ਨਹੀਂ ਹੈਗਾ। ਤੇ ਉਹ ਬਾਉਂਡ ਫਾਰਮ ਦੇ ਵਿੱਚ ਖਾਲੀ ਜਿਹੜੇ ਜੀਵਾਣੂ ਹੈਗੇ ਨੇ ਉਹ ਉੱਤੇ ਐਕਟ ਕਰਕੇ ਉਹਨੂੰ ਸੋਲੂਬਲ ਬਣਾਉਂਦੇ ਨੇ। ਤੇ ਇਸ ਤਰ੍ਹਾਂ ਦੇ ਜੀਵਾਣੂਆਂ ਨੂੰ ਅਸੀਂ ਕਹਿੰਦੇ ਹਾਂ ਫਾਸਫੇਟ ਸੋਲੂਬਲਾਈਜ਼ਿੰਗ ਮਾਈਕਰੋ ਆਰਗੇਨਿਜ਼ਮਸ। ਬਲਕਿ ਇਹਦੇ ਆਰਥਿਕ ਲਾਭ ਕਿੰਨਾ ਹੋਊਗਾ, ਕਿਉਂਕਿ ਜਿਹੜੀ ਕਿਸਾਨ ਦੀ ਉਹ ਵੇਸਟ ਜਾਣੀ ਸੀਗੀ, ਜਿਹੜੀ ਘੁਲਣਸ਼ੀਲ ਹੋ ਗਈ, ਉਹ ਖਾਦ ਜਿਹੜੀ ਆ ਉਹ ਪਈ ਨਾ ਪਈ ਪੌਦੇ ਦੇ ਕੰਮ ਨਾ ਆਈ ਤੇ ਕਿਸਾਨ ਦੇ ਪੈਸੇ ਵੇਸਟ ਹੋ ਗਏ। ਇਹ ਤੁਹਾਡੇ ਜਿਹੜੇ ਪ੍ਰੋਡਕਟ ਨੇ ਉਹਨੂੰ ਘੁਲਣਸ਼ੀਲ ਬਣਾਤਾ ਤੇ ਪੌਦਾ ਨੂੰ ਵਰਤਣਯੋਗ ਹੋ ਗਿਆ ਤੇ ਕਿਸਾਨ ਦਾ ਜਿਹੜਾ ਝਾੜ ਵੱਧ ਗਿਆ। ਕਿਸਾਨ ਦੋਸਤੋ ਗੱਲ ਥੋੜੀ ਤਕਨੀਕੀ ਹੈਗੀ ਆ, ਪਰ ਸਮਝਣ ਵਾਲੀ ਆ, ਸੌਖੀ ਵੀ ਹੈਗੀ ਆ ਕਿ ਜੇ ਅਸੀਂ ਜੀਵਾਣੂ ਖਾਦਾਂ ਵਰਤਾਂਗੇ ਉਹਦੇ ਨਾਲ ਸਾਡੀ ਜਿਹੜੀ DAP ਸਾਡੇ ਕੰਮ ਦੀ ਨਹੀਂ ਰਹਿੰਦੀ, ਧਰਤੀ 'ਚ ਪਈ ਆ। ਤੇ ਡਾਕਟਰ ਜਪਿੰਦਰ ਤੁਹਾਡੇ ਕੋਲ ਮੈਂ ਦੁਬਾਰਾ ਆ ਰਿਹਾ ਕਿ PAU ਵੱਲੋਂ ਕਿਹੜੇ-ਕਿਹੜੇ ਫਸਲਾਂ ਲਈ ਜੀਵਾਣੂ ਖਾਦਾਂ ਦੀ ਸਿਫਾਰਿਸ਼ ਕੀਤੀ ਜਾਂਦੀ ਹੈ? ਸਰ PAU ਵੱਲੋਂ ਕੁੱਲ 18 ਫਸਲਾਂ ਲਈ ਸਿਫਾਰਿਸ਼ ਜੀਵਾਣੂ ਖਾਦਾਂ ਨੇ, ਜਿਹਦੇ ਵਿੱਚ ਸਾਡੀ ਅਨਾਜ ਦੀਆਂ ਫਸਲਾਂ ਜਿਵੇਂ ਮੱਕੀ ਹੋ ਗਈ, ਕਣਕ ਹੋ ਗਈ, ਝੋਨਾ ਹੋ ਗਿਆ, ਇਹ ਸਭ ਨੇ। ਕਿਉਂਕਿ ਸਾਨੂੰ ਪਤਾ ਹੈ ਸਾਡੇ ਜਿਹੜੇ ਪੰਜਾਬ ਦੇ ਵਿੱਚ ਆਪਾਂ ਕਣਕ ਝੋਨੇ ਦਾ ਫਸਲੀ ਚੱਕਰ ਹੈ, ਸੋ ਕਣਕ ਆਪਣੇ ਤਕਰੀਬਨ 35 ਲੱਖ ਹੈਕਟੇਅਰ ਤੇ ਆਪਾਂ ਬੀਜਦੇ ਹਾਂ, ਝੋਨਾ 30 ਲੱਖ ਹੈਕਟੇਅਰ ਤੇ ਆ। ਸੋ ਇਹ ਤਿੰਨਾਂ ਜਿਹੜੀਆਂ ਮੁੱਖ ਫਸਲਾਂ ਨੇ, ਜਿਹੜੀਆਂ ਆਪਣੇ ਕਣਕ, ਮੱਕੀ, ਝੋਨਾ, ਇਹਨਾਂ ਲਈ ਹੈ ਸਾਡੇ ਲਈ ਜੀਵਾਣੂ ਖਾਦ। ਇਸ ਤੋਂ ਇਲਾਵਾ ਜਿਹੜੀ ਨਗਦੀ ਫਸਲ ਹੈ ਕਮਾਦ, ਉਸ ਲਈ ਵੀ ਜੀਵਾਣੂ ਖਾਦ ਸਿਫਾਰਿਸ਼ ਕੀਤੀ ਜਾਂਦੀ ਹੈ। ਆਲੂ, ਪਿਆਜ਼, ਹਲਦੀ, ਇਹਨਾਂ ਤਿੰਨਾਂ ਲਈ ਵੀ ਜੀਵਾਣੂ ਖਾਦ ਹੈ। ਇਸ ਤੋਂ ਇਲਾਵਾ ਜਿਹੜੀਆਂ ਸਾਡੀਆਂ ਫਲੀਦਾਰ ਫਸਲਾਂ ਨੇ, ਜਿਵੇਂ ਛੋਲੇ ਹੋ ਗਏ, ਮਸਰ ਹੋ ਗਏ, ਗਰਮ ਰੁੱਤ ਦੇ ਮਾਂਹ ਹੋ ਗਏ, ਗਰਮ ਰੁੱਤ ਦੀ ਮੂੰਗੀ ਹੋ ਗਈ, ਮਟਰ ਹੋ ਗਏ, ਚਾਰੇ ਦੀਆਂ ਫਸਲਾਂ ਜਿਵੇਂ ਬਰਸੀਮ, ਲੂਸਣ, ਇਹਨਾਂ ਕੁੱਲ 18 ਫਸਲਾਂ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜੀਵਾਣੂ ਖਾਦਾਂ ਦੀ ਸਿਫਾਰਿਸ਼ ਕਰਦੀ ਹੈ। ਤੇ ਡਾਕਟਰ ਵਿਆਸ ਜੀ, ਗੱਲਬਾਤ ਬਹੁਤ ਪੀਕ ਤੇ ਆ ਗਈ ਆਪਣੀ। ਆਪਾਂ ਜਿਹੜੀ ਚਰਚਾ ਕਰ ਰਹੇ ਹਾਂ ਕਣਕ ਦੀ ਫਸਲ ਦੀ ਮੇਨ ਕਰ ਰਹੇ ਹਾਂ, ਕਿਉਂਕਿ ਕਣਕ ਦੀ ਬਿਜਾਈ ਚੱਲ ਰਹੀ ਆ। ਉਹਦੇ ਵਿੱਚ ਮੈਨੂੰ ਦੱਸੋ ਵੀ ਕੰਸੋਰਸ਼ੀਅਮ ਕਿਹੜਾ ਵਰਤ ਰਹੇ ਆ ਜਾਂ ਕਣਕ ਵਾਸਤੇ ਜੀਵਾਣੂ ਖਾਦ ਕੀ ਆ? ਜੀ, ਕਣਕ ਲਈ ਜਿਹੜੀ ਸਿਫਾਰਿਸ਼ ਹੋਈ ਹੈ ਸਾਡੀ ਜੀਵਾਣੂ ਖਾਦ, ਉਹਨੂੰ ਅਸੀਂ ਕਹਿੰਦੇ ਹਾਂ ਕੰਸੋਰਸ਼ੀਅਮ ਬਾਇਓ ਫਰਟੀਲਾਈਜ਼ਰ ਜਾਂ ਫਿਰ ਕੰਸੋਰਸ਼ੀਅਮ ਜੀਵਾਣੂ ਖਾਦ। ਤੇ ਸਰ ਇਹਦੇ ਵਿੱਚ 3 ਲਾਭਦਾਇਕ ਜੀਵਾਣੂ ਅਸੀਂ ਪਾਏ ਨੇ। ਤੇ ਜਿੱਦਾਂ ਪਹਿਲੇ ਵੀ ਮੈਂ ਗੱਲ ਕੀਤੀ ਹੈ ਕਿ ਨਾਈਟ੍ਰੋਜਨ ਫਿਕਸਿੰਗ ਆਰਗੇਨਿਜ਼ਮਸ ਨੇ ਜਾਂ ਫਿਰ ਫਾਸਫੇਟ ਸੋਲੂਬਲਾਈਜ਼ਿੰਗ ਹੈਗੇ ਨੇ। ਤੇ ਇਹ ਜਿਹੜਾ ਸਾਡੀ ਕੰਸੋਰਸ਼ੀਅਮ ਖਾਦ ਹੈਗੀ ਹੈ, ਪਹਿਲਾਂ ਤਾਂ ਇਹਦੇ 'ਚ ਹੈਗਾ ਹੈ ਨਾਈਟ੍ਰੋਜਨ ਨੂੰ ਤਬਦੀਲ ਕਰਨ ਵਾਲਾ ਜੀਵਾਣੂ ਵਿੱਚ ਕਨਵਰਟ ਕਰਦੇ ਆ ਤਾਂ ਕਿ ਪੌਦੇ ਲੈ ਸਕਣ। ਜੀ, ਉਹ ਜਿਹੜਾ ਸਾਡਾ ਜੀਵਾਣੂ ਹੈ ਉਹ ਯੂਰੀਆ ਹੈਗਾ। ਦੀ ਕੰਜ਼ੰਪਸ਼ਨ ਘਟ ਗਈ ਮੈਡਮ। ਦੇਖੋ ਜੇ ਤੁਸੀਂ ਯੂਰੀਆ ਪਾਉਂਦੇ ਆ, ਮਹਿੰਗਾ ਯੂਰੀਆ, ਤੇ ਜੇ ਤੁਸੀਂ ਉਹਨੂੰ ਕਨਵਰਟ ਕਰ ਲਿਆ ਨਾਈਟ੍ਰੋਜਨ ਨੂੰ ਅਮੋਨੀਆ ਬਣਾ ਕੇ ਤੇ ਪੌਦੇ ਨੇ ਲੈ ਲਿਆ ਤਾਂ ਅਸੀਂ ਯੂਰੀਆ ਦੀ ਖਪਤ ਘਟਾ ਸਕਦੇ। ਜੀ ਬਿਲਕੁਲ। ਤੇ ਇਹ ਅਜ਼ੋਟੋਬੈਕਟਰ ਨਾਂ ਦਾ ਬੈਕਟੀਰੀਆ ਹੈਗਾ ਜਿਹੜਾ ਇਹ ਕੰਸੋਰਸ਼ੀਅਮ ਜੀਵਾਣੂ ਖਾਦ ਦੇ ਵਿੱਚ ਅਸੀਂ ਪਾਇਆ ਹੈ। ਦੂਜਾ ਜਿਹੜਾ ਜੀਵਾਣੂ ਅਸੀਂ ਇਹਦੇ 'ਚ ਪਾਇਆ ਹੈ ਉਹ ਹੈਗਾ ਹੈ ਫਾਸਫੇਟ ਨੂੰ ਘੁਲਣਸ਼ੀਲ ਬਣਾਉਣ ਵਾਲਾ ਬੈਕਟੀਰੀਆ, ਉਹ ਬੈਸਿਲਸ, ਉਹ ਵੀ ਬੈਕਟੀਰੀਆ ਹੀ ਹੈਗਾ, ਬੈਸਿਲਸ ਸਪੀਸ਼ੀਜ਼। ਤੇ ਉਹ ਫਾਸਫੋਰਸ ਨੂੰ ਘੁਲਣਸ਼ੀਲ ਬਣਾਏਗਾ। ਤੇ ਤੀਜਾ ਜਿਹੜਾ ਹੈਗਾ ਉਹ ਹੈਗਾ ਸੂਡੋਮੋਨਾਸ ਦੀ ਸਪੀਸ਼ੀਜ਼ ਹੈਗੀ ਹੈ ਇਹਦੇ 'ਚ। ਤੇ ਤੁਸੀਂ ਦੇਖੋ ਇਹ ਕੰਸੋਰਸ਼ੀਅਮ ਜੀਵਾਣੂ ਖਾਦ ਜਿਹੜੀ ਹੈਗੀ ਹੈ ਇਹਦੇ 'ਚ 3 ਲਾਭਦਾਇਕ ਜੀਵਾਣੂ ਨੇ ਜਿਹੜੇ ਵੱਖ-ਵੱਖ ਢੰਗ ਦੇ ਨਾਲ ਕੰਮ ਕਰ ਰਹੇ ਨੇ ਤੇ ਪੌਦੇ ਦੇ ਲਈ ਆਲਮੋਸਟ ਸਾਰਾ ਹੀ ਕੰਮ ਇਹ ਜੀਵਾਣੂਆਂ ਨੇ ਕਰ ਦੇਣਾ ਹੈ। ਤੇ ਡਾਕਟਰ ਜਪਿੰਦਰ ਜੀ, ਮੈਂ ਤੁਹਾਡੇ ਵੱਲ ਦੁਬਾਰਾ ਆ ਰਿਹਾ ਕਿ ਜਿਹੜਾ ਕੰਸੋਰਸ਼ੀਅਮ ਦੀ ਗੱਲ ਕੀਤੀ ਡਾਕਟਰ ਵਿਆਸ ਨੇ,
ਇਹ ਜਿਹੜੇ ਜੀਵਾਣੂ ਖਾਦ ਜਾਂ ਕੰਸੋਰਸ਼ੀਅਮ ਆ, ਇਹ ਕਿਸਾਨ ਵਰਤਣ ਕਿਵੇਂ? ਸੋ ਵਰਤਨ ਦਾ ਢੰਗ ਬਹੁਤ ਹੀ ਮਹੱਤਵਪੂਰਨ ਹੈ। ਜਿਵੇਂ ਮੈਂ ਕਾਮਨ ਉਦਾਹਰਨ ਦਿੰਨੀ ਆ ਕਿ ਆਪਾਂ ਦੁੱਧ ਤੋਂ ਦਹੀਂ ਬਣਾਉਂਦੇ ਆ। ਸੋ ਇਹ ਜਿਹੜਾ ਕੰਮ ਆ ਇਹ ਵੀ ਜੀਵਾਣੂ ਹੀ ਕਰਦੇ ਆ। ਦੁੱਧ ਤੋਂ ਦਹੀਂ ਬਣਾਉਣ ਦਾ ਕੰਮ ਇਹ ਵੀ ਜੀਵਾਣੂ ਹੀ ਕਰਦੇ ਆ। ਆਪਾਂ ਕੀ ਕਰਦੇ ਆ, ਦੁੱਧ 'ਚ ਪਿਛਲੇ ਦਹੀਂ ਦਾ ਥੋੜਾ ਜਿਹਾ ਜਾਗ ਲਾਉਂਦੇ ਆ ਤੇ ਪੂਰਾ ਦੁੱਧ ਦਹੀਂ 'ਚ ਬਦਲ ਜਾਂਦਾ। ਸੋ ਉਸੇ ਤਰ੍ਹਾਂ ਹੈ ਕਿ ਕਣਕ ਦੀ ਫਸਲ ਨੂੰ ਜੀਵਾਣੂ ਖਾਦ ਨੂੰ ਵਰਤਣਾ ਓਨਾ ਹੀ ਜ਼ਰੂਰੀ ਹੈ। ਸੋ 1 ਏਕੜ ਦੀ ਫਸਲ ਲਈ ਅੱਧਾ ਕਿਲੋ ਦਾ ਪੈਕੇਟ ਜੀਵਾਣੂ ਖਾਦ ਦਾ ਸਿਫਾਰਿਸ਼ ਕੀਤਾ ਜਾਂਦਾ ਹੈ। ਸੋ ਇਸ ਨੂੰ ਵਰਤਣ ਲਈ ਤੁਸੀਂ ਅੱਧਾ ਕਿਲੋ ਦਾ ਪੈਕੇਟ ਲਓ, ਉਸਨੂੰ ਅੱਧਾ ਲੀਟਰ ਜਾਂ ਲੀਟਰ ਪਾਣੀ 'ਚ ਘੋਲ ਲਓ ਤੇ ਹੁਣ ਇੱਕ ਸਾਫ਼ ਫਰਸ਼ ਜਾਂ ਤਰਪਾਲ ਉੱਤੇ 1 ਏਕੜ ਲਈ ਜੋ ਸਿਫਾਰਿਸ਼ ਬੀਜ ਹੈ ਉਹ ਲਓ। ਤੁਸੀਂ ਉਸ ਜੀਵਾਣੂ ਖਾਦ ਦੇ ਘੋਲ ਨੂੰ ਉਸ ਬੀਜ ਨਾਲ ਮਿਲਾਉਣਾ ਹੈ। ਸੋ ਮਿਲਾਉਣ ਵੇਲੇ ਇਹ ਜ਼ਰੂਰ ਧਿਆਨ ਰੱਖਣਾ ਹੈ ਕਿ ਨਾ ਤਾਂ ਜ਼ਿਆਦਾ ਗਿੱਲਾ ਹੋਵੇ ਨਾ ਜ਼ਿਆਦਾ ਸੁੱਕਾ ਹੋਵੇ। ਇੱਥੇ ਇੱਕ ਧਿਆਨ ਰੱਖਣ ਯੋਗ ਮੈਂ ਕਿਸਾਨ ਵੀਰਾਂ ਨੂੰ ਗੱਲ ਦੱਸਣਾ ਚਾਹੂੰਗੀ ਕਿ ਅਕਸਰ ਹੀ ਆਪਾਂ ਬੀਜ ਸੋਧਣ ਵਾਲੀਆਂ ਦਵਾਈਆਂ ਲਾਉਂਦੇ ਆ, ਕੀਟਨਾਸ਼ਕ ਜਾਂ ਉੱਲੀਨਾਸ਼ਕ। ਸੋ ਜਦੋਂ ਵੀ ਤੁਸੀਂ ਕੋਈ ਕੀਟਨਾਸ਼ਕ ਜਾਂ ਉੱਲੀਨਾਸ਼ਕ ਲਾਉਣਾ, ਉਹ ਪਹਿਲਾਂ ਲਾਉਣਾ, ਸਭ ਤੋਂ ਐਂਡ ਤੇ ਜੀਵਾਣੂ ਖਾਦ ਨੂੰ ਵਰਤਣਾ ਹੈ। ਇਹ ਬਾਅਦ 'ਚ ਵਰਤਣਾ? ਇਹ ਬਾਅਦ 'ਚ ਵਰਤਣਾ। ਜੇ ਤੁਸੀਂ ਅੱਜ ਪਹਿਲਾਂ ਕੀਟਨਾਸ਼ਕ ਲਾਇਆ ਫਿਰ ਉੱਲੀਨਾਸ਼ਕ, ਕੱਲ੍ਹ ਨੂੰ ਤੁਸੀਂ ਜੀਵਾਣੂ ਖਾਦ ਨੂੰ ਲਾਓ ਤੇ ਨਾਲ ਹੀ ਉਸ ਤੋਂ ਬਾਅਦ ਕੀ ਆ, ਬਿਜਾਈ ਕਰ ਦਿਓ। ਇਹ ਮਤਲਬ ਬਹੁਤ ਹੀ ਧਿਆਨ ਰੱਖਣ ਯੋਗ ਗੱਲ ਹੈ, ਕਿਉਂਕਿ ਤੁਹਾਡੇ ਜਿਹੜਾ ਕੀਟਨਾਸ਼ਕ ਜਾਂ ਉੱਲੀਨਾਸ਼ਕ ਜਿਹੜੀ ਤੁਸੀਂ ਵਰਤੀ ਆ ਉਹਦੇ ਨਾਲ ਤੁਹਾਡੇ ਜੀਵਾਣੂ ਮਰ ਸਕਦੇ ਆ। ਫਿਰ ਉਹੀ ਗੱਲ ਆਜੂ ਕਿ ਜੇ ਜਾਗ ਹੀ ਮਰ ਗਿਆ ਤਾਂ ਫਿਰ ਆਪਣਾ ਕੰਮ ਨਹੀਂ ਹੋਣਾ। ਸੋ ਇਸ ਕਰਕੇ ਇਹਨਾਂ ਨੂੰ ਬਹੁਤ ਹੀ ਧਿਆਨ ਨਾਲ ਕੀਟਨਾਸ਼ਕ ਤੇ ਉੱਲੀਨਾਸ਼ਕ ਤੋਂ ਬਾਅਦ ਵਰਤਣਾ। ਐਂਡ ਤੇ 24 ਘੰਟੇ ਦਾ ਫਾਸਲਾ ਆਪਾਂ ਰੱਖ ਸਕਦੇ ਹਾਂ। ਸੋ ਲਾ ਕੇ ਬਿਜਾਈ ਕਰ ਦਿਓ ਤੇ ਪਾਣੀ ਦੀ ਮਾਤਰਾ ਉਸ ਹਿਸਾਬ ਨਾਲ ਰੋ ਕਿ ਨਾ ਗਿੱਲਾ ਰਵੇ ਨਾ ਸੁੱਕਾ ਰਵੇ ਆਪਣਾ ਵੀ। ਡਾਕਟਰ ਪ੍ਰਤਿਭਾ ਜੀ, ਜਿਹੜੀਆਂ ਗੱਲਾਂ ਡਾਕਟਰ ਜਪਿੰਦਰ ਨੇ ਕੀਤੀਆਂ ਉਹ ਤੋਂ ਮੈਨੂੰ ਐ ਲੱਗਾ ਕਿ ਕਿਸਾਨਾਂ ਨੂੰ ਅਸੀਂ ਸਾਵਧਾਨ ਕਰਨ ਵਾਸਤੇ ਕੁਝ ਹੋਰ ਵੀ ਗੱਲਾਂ ਦਸੀਏ ਕਿ ਕਿਸਾਨਾਂ ਨੇ ਜਦੋਂ ਕੰਸੋਰਸ਼ੀਅਮ ਵਰਤਣਾ, ਇਹ ਜੀਵਾਣੂ ਖਾਦ ਵਰਤਣੀ ਆ, ਤਾਂ ਕਿਹੜੇ ਸਾਵਧਾਨੀਆਂ ਉਹ ਕਿਸਾਨ ਧਿਆਨ ਰੱਖਣ? ਸਰ, ਤੇ ਇੱਕ ਸਾਵਧਾਨੀ ਤਾਂ ਡਾਕਟਰ ਜੁਪਿੰਦਰ ਨੇ ਹੁਣੇ ਹੀ ਦੱਸਤੀ ਹੈ, ਜਿਹੜੀ ਬਹੁਤ ਜ਼ਰੂਰੀ ਹੈਗੀ ਹੈ ਕਿ ਜਦੋਂ ਅਸੀਂ ਬੀਆਂ ਨੂੰ ਸੋਧਣਾ ਹੈ ਤੇ ਜੇ ਕੀਟਨਾਸ਼ਕ ਦਵਾਈਆਂ, ਜੇ ਉੱਲੀਨਾਸ਼ਕ ਦਵਾਈਆਂ ਤੁਸੀਂ ਪ੍ਰਯੋਗ ਕਰਨੀਆਂ ਨੇ, ਉਹ 24 ਘੰਟਾ ਪਹਿਲਾਂ ਕਰ ਲਓ। ਇੱਕ ਤਾਂ ਇਹ ਹੋ ਗਿਆ। ਦੂਜਾ ਹੈਗਾ ਹੈ ਕਿ ਜਿਹੜੀ ਜੀਵਾਣੂ ਖਾਦ ਦਾ ਪੈਕੇਟ ਹੈਗਾ ਹੈ, ਜਿਹੜੀ ਉਹ ਕਦੇ ਵੀ ਧੁੱਪੇ ਨਹੀਂ ਰੱਖਣਾ ਹੈ। ਉਹਨੂੰ ਤੁਸੀਂ ਛਾਵੇਂ ਹੀ ਰੱਖਣਾ, ਕਿਸੇ ਠੰਡੀ ਥਾਂ ਤੇ। ਹੁਣ ਤਾਂ ਵੈਸੇ ਵੀ ਮੌਸਮ ਥੋੜਾ ਠੰਡਾ ਹੀ ਹੋ ਗਿਆ, ਪਰ ਜੇ ਬਾਕੀ ਹੋਰ ਫਸਲਾਂ ਵੀ ਜਿੱਦਾਂ ਲਈ ਹੁੰਦਾ ਹੈ ਜੀਵਾਣੂ ਖਾਦ, ਤੇ ਬਸ ਇੱਕ ਇਹ ਹੈਗਾ ਕਿ ਉਦੋਂ, ਕਿਉਂਕਿ ਇਹਦੇ 'ਚ ਜਿਹੜੇ ਆ ਲਾਈਵ ਆਰਗੇਨਿਜ਼ਮਸ ਨੇ, ਜੀਵਾਣੂ ਨੇ, ਤੇ ਉਹਨਾਂ ਨੂੰ ਧੁੱਪੇ ਜਾਂ ਜ਼ਿਆਦਾ ਹਾਈ ਟੈਂਪਰੇਚਰ ਤੇ ਨਹੀਂ ਅਸੀਂ ਰੱਖਣਾ ਹੈ। ਸੋ ਕਿਸਾਨ ਦੋਸਤੋ, ਸਮਾਂ ਆ ਗਿਆ ਮੈਂ ਤੁਹਾਡੇ ਵੱਲੋਂ, ਪੰਜਾਬ ਐਗਰੋ ਵੱਲੋਂ, ਆਪਣੇ ਵੱਲੋਂ ਧੰਨਵਾਦ ਕਰਾਂ ਡਾਕਟਰ ਵਿਆਸ ਜੀ ਦਾ, ਡਾਕਟਰ ਜਪਿੰਦਰ ਜੀ ਦਾ। ਇੱਥੇ ਆਉਣ ਲਈ ਬਹੁਤ ਬਹੁਤ ਧੰਨਵਾਦ। ਬੀਜ ਖਰੀਦਣ ਲਈ ਨੇੜੇ ਦੇ ਪੰਛੀ ਡੀਲਰ ਜਾਂ ਬਲਾਕ ਵਿਕਾਸ ਖੇਤੀ ਅਧਿਕਾਰੀ ਨਾਲ ਸੰਪਰਕ ਕਰੋ। ਸੁਣੋ ਭਰਾਵੋ, ਸਿਹਤ ਵਾਸਤੇ ਗੱਲ ਸਿਆਣਿਆਂ ਦੱਸੀ, ਸਹੀ ਭਰੋਸੇਮੰਦ ਵੇਰਕਾ ਦੁੱਧ ਦਹੀਂ ਤੇ ਲੱਸੀ। ਇਹ ਪੰਜਾਬ ਮੇਰੇ ਦੇ ਵੀਰ, ਇਹਨਾਂ ਦੇ ਮਿਰਗਾਂ ਜਿਹੇ ਸ਼ਰੀਰ, ਹੌਸਲੇ ਸ਼ੇਰਾਂ ਵਰਗੇ ਨੇ। ਵੇਰਕਾ ਦਾ ਦੁੱਧ ਪੀਂਦਾ, ਵੇਰਕਾ ਦਾ ਦੁੱਧ। ਆਮ ਕਿਸਾਨ ਨੂੰ ਬਣਾਵੇ ਹਾਈ ਅਚੀਵਰ, ਪੰਜਾਬ ਐਗਰੋ ਦਾ 5 ਰਿਵਰ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਸਤਵੀਰ ਸੱਤੀ। ਤੁਸੀਂ ਵੇਖ ਰਹੇ ਹੋ ਪੰਜਾਬ ਐਗਰੋ ਦਾ ਹਫ਼ਤਾਵਾਰੀ ਪ੍ਰੋਗਰਾਮ 5 ਰਿਵਰਸ। ਤੇ ਪਿਛਲੇ ਭਾਗ ਦੇ ਵਿੱਚ ਤੁਸੀਂ ਚਰਚਾ ਸੁਣੀ ਕਣਕ ਦੀ ਫਸਲ ਲਈ ਜੀਵਾਣੂ ਖਾਦ ਦੀ ਵਰਤੋਂ, ਤੇ ਇਹਦੀ ਹੁਣ ਪ੍ਰੋਡਕਸ਼ਨ ਵਾਸਤੇ ਅਸੀਂ ਗੱਲਬਾਤ ਕਰਨ ਦੇ ਲਈ ਪਹੁੰਚੇ ਹਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ, ਜਿੱਥੇ ਕਿ ਡਿਪਾਰਟਮੈਂਟ ਆਫ ਮਾਈਕਰੋਬਾਇਓਲੋਜੀ ਦੇ ਮੁਖੀ ਡਾਕਟਰ ਗੁਰਵਿੰਦਰ ਸਿੰਘ ਕੋਚਰ ਸਾਹਿਬ ਸਾਡੇ ਨਾਲ ਮੌਜੂਦ ਨੇ ਤੇ ਗੱਲਬਾਤ ਕਰਨਗੇ ਇਸੇ ਵਿਸ਼ੇ ਦੇ ਉੱਤੇ। ਸੋ ਸਵਾਗਤ ਕਰਦੇ ਹਾਂ ਗੁਰਵਿੰਦਰ ਸਿੰਘ ਕੋਚਰ ਸਾਹਿਬ ਦਾ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ, ਪੰਜਾਬ ਐਗਰੋ ਦਾ ਵੀ ਧੰਨਵਾਦ, 5 ਰਿਵਰਸ ਪ੍ਰੋਗਰਾਮ ਦਾ ਧੰਨਵਾਦ, ਜਿਹੜੇ ਕਿ ਪੰਜਾਬ ਦੇ ਵਿੱਚ ਜਿਹੜੀਆਂ ਟੈਕਨੋਲੋਜੀਜ਼ ਨੇ ਔਰ ਜਿਹੜੀਆਂ ਵੀ ਫਾਰਮਰ ਦੇ ਓਰੀਐਂਟਡ ਸਿਖਲਾਈ ਨੇ ਔਰ ਚੀਜ਼ਾਂ ਜਿਹੜੀਆਂ ਬਣਾਈਆਂ ਜਾ ਰਹੀਆਂ ਉਹਨੂੰ ਪੰਜਾਬ ਦੇ ਵਿੱਚ ਪ੍ਰਫੁੱਲਤ ਕਰ ਰਹੇ ਨੇ। ਮੈਂ ਧੰਨਵਾਦ ਕਰਦਾ ਵਾਂ। ਸਰ, ਜਿਵੇਂ ਕਿ ਸਾਡਾ ਅੱਜ ਦਾ ਵਿਸ਼ਾ ਹੈ ਨਾ ਕਣਕ ਦੀ ਫਸਲ ਲਈ ਜੀਵਾਣੂ ਖਾਦਾਂ, ਤੇ ਇਹ ਜੀਵਾਣੂ ਖਾਦ ਕੀ ਹੈਗੇ ਨੇ ਤੇ ਇਹ ਕਣਕ ਲਈ ਕਿੰਨੇ ਕੁ ਮਦਦਗਾਰ ਹਨ? ਸਤਵੀਰ ਜੀ, ਜੀਵਾਣੂ ਖਾਦ ਬਾਰੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ, ਜੀਵਾਣੂ ਖਾਦ ਜਿਹੜੀ ਕਣਕ ਵਾਸਤੇ ਹੈ, ਇਹ ਇੱਕ ਕੰਸੋਰਸ਼ੀਅਮ ਹੈ। 3 ਤਰ੍ਹਾਂ ਦੇ ਜੀਵਾਣੂਆਂ ਦਾ ਇਹ ਸੁਮੇਲ ਹੈ, ਜਿਹੜੇ ਕਿ ਅਲੱਗ-ਅਲੱਗ ਤਰੀਕੇ ਦੇ ਨਾਲ ਕਣਕ ਦੀ ਜਿਹੜੀ ਫਸਲ ਹੈ ਉਹਨੂੰ ਮਦਦ ਕਰਦੇ ਨੇ। ਜਿਸ ਤਰ੍ਹਾਂ ਕਿ ਇੱਕ ਇਹਦੇ ਵਿੱਚ ਜਿਹੜਾ ਬੈਕਟੀਰੀਆ ਹੈਗਾ, ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਨਾਈਟ੍ਰੋਜਨ ਨੂੰ, ਜਿਹੜਾ ਹਵਾ ਵਿੱਚ ਨਾਈਟ੍ਰੋਜਨ ਨੂੰ ਜਮ੍ਹਾਂ ਕਰਕੇ ਪੌਦੇ ਨੂੰ ਮੁਹੱਈਆ ਕਰਾਉਂਦਾ ਵਾ। ਫਾਸਫੋਰਸ ਜਿਹੜੀ ਸਾਡੀ ਮਿੱਟੀ ਦੇ ਵਿੱਚ ਹੁੰਦੀ ਹੈ, ਉਹਨੂੰ ਘੁਲਣਸ਼ੀਲ ਬਣਾ ਕੇ ਇੱਕ ਹੋਰ ਤਰ੍ਹਾਂ ਦਾ ਬੈਕਟੀਰੀਆ ਜਿਹੜਾ ਹੈਗਾ ਉਹ
ਫਾਸਫੋਰਸ ਨੂੰ ਕਣਕ ਨੂੰ ਅਵੇਲੇਬਲ ਕਰਾਉਂਦਾ ਹੈ, ਔਰ ਤੀਸਰੀ ਤਰ੍ਹਾਂ ਦਾ ਜਿਹੜਾ ਬੈਕਟੀਰੀਆ ਹੈ ਉਹ ਜਿਹੜੀ ਪੌਦੇ ਦੀ ਗਰੋਥ ਹੈ ਉਹਨੂੰ ਇਨਕਰੀਜ਼ ਕਰਦਾ। ਸੋ 3 ਤਰ੍ਹਾਂ ਦੇ ਇਹ ਜਿਹੜੇ ਜੀਵਾਣੂ ਨੇ ਉਹਨਾਂ ਦਾ ਸੁਮੇਲ ਹੈ ਜਿਹੜੀ ਕਿ ਕਣਕ ਦੀ ਜੀਵਾਣੂ ਖਾਦ ਹੈ। ਤੇ ਸਰ ਜਿਵੇਂ ਕਿ ਆਪਾਂ ਸਾਰੇ ਅੱਜ ਕੱਲ੍ਹ ਜਾਣਦੇ ਹਾਂ ਕਿ ਫਾਸਫੋਰਸ ਦੀ ਕਮੀ ਹੈਗੀ ਹੈ, ਤਾਂ ਇਹਨੂੰ ਕੀ ਆਪਾਂ ਡੀਏਪੀ ਦੀ ਜਗ੍ਹਾ ਤੇ ਵਰਤਿਆ ਜਾ ਸਕਦਾ? ਜਿਸ ਤਰ੍ਹਾਂ ਮੈਂ ਪਹਿਲਾਂ ਸਵੀਰ ਜੀ ਅਰਜ਼ ਕੀਤਾ ਹੈ ਕਿ ਮਿੱਟੀ ਜਿਹੜੀ ਫਾਸਫੋਰਸ ਪ੍ਰੈਜ਼ੈਂਟ ਸਾਡੀ ਪੰਜਾਬ ਦੀ ਜਿਹੜੀ ਮਿੱਟੀ ਹੈ ਬਹੁਤ ਤਕਰੀਬਨ 60% ਦੇ ਕਰੀਬ ਜਿਹੜੀ ਹੈਗੀ ਹੈ ਸੋਇਲ ਪੰਜਾਬ ਦੀ ਉਹ ਫਾਸਫੋਰਸ ਰਿਚ ਹੈਗੀ ਹੈ। ਲੇਕਿਨ ਜਿਹੜੀ ਫਾਸਫੋਰਸ ਸੋਇਲ ਦੇ ਵਿੱਚ ਜਾਂ ਮਿੱਟੀ ਵਿੱਚ ਪਾਈ ਜਾਂਦੀ ਹੈ ਉਹ ਘੁਲਣਸ਼ੀਲ ਨਹੀਂ ਹੁੰਦੀ, ਅਕੁੱਲ ਹੁੰਦੀ ਹੈ, ਜੰਮੀ ਹੁੰਦੀ ਹੈ। ਉਸ ਜੰਮੀ ਹੋਈ ਫਾਸਫੋਰਸ ਨੂੰ ਘੁਲਣਸ਼ੀਲ ਬਣਾਉਣ ਦੇ ਵਿੱਚ ਜਿਹੜਾ ਕੰਸੋਰਸ਼ੀਅਮ ਖਾਦ ਦਾ ਇੱਕ ਬੈਕਟੀਰੀਆ ਜਿਹੜਾ ਸੂਡੋਮੋਨਸ ਅਸੀਂ ਜਿਹਨੂੰ ਕਹਿੰਦੇ ਆ ਉਹ ਮਦਦਗਾਰ ਹੁੰਦਾ ਵੈ, ਅਕੁੱਲ ਫਾਸਫੋਰਸ ਨੂੰ ਘੁਲਣਸ਼ੀਲ ਬਣਾਉਣ ਦੇ ਵਿੱਚ ਹੈਲਪ ਕਰਦਾ ਵੈ। ਸੋ ਜਿਹੜੀ ਆਲਰੇਡੀ ਮਿੱਟੀ ਦੇ ਵਿੱਚ ਪ੍ਰੈਜ਼ੈਂਟ ਹੈਗੀ ਹੈ ਫਾਸਫੋਰਸ ਉਹਨੂੰ ਘੁਲਣਸ਼ੀਲ ਬਣਾ ਕੇ ਡੀਏਪੀ ਦੀ ਜਿਹੜੀ ਹੈਗੀ ਹੈ ਉਹ ਕਮੀ ਨੂੰ ਕਾਫੀ ਹੱਦ ਤੱਕ ਪੂਰਾ ਕੀਤਾ ਜਾ ਸਕਦਾ ਹੈ। ਕਿ ਬਹੁਤ ਸਾਰੇ ਮੇਰੇ ਕਿਸਾਨ ਵੀਰ ਜਿਹੜੇ ਨੇ ਅੱਜ ਕੱਲ੍ਹ ਮੈਨੂੰ ਪਤਾ ਲੱਗਿਆ ਕਿ ਜੇ 1 ਬੋਰੀ ਚਾਹੀਦੀ ਹੈ ਏਕੜ ਜੋਗੀ ਤਾਂ ਉਹ 1.5 ਬੋਰੀ ਪਾ ਰਹੇ ਨੇ। ਸੋ ਉਹ ਜਿਹੜੀ ਲਿਮਿਟਿਡ ਜਿੰਨੀ ਕਿ ਰਿਕਮੈਂਡਡ ਡੋਜ਼ ਆ ਉਨੀ ਪਾਣ, ਲੇਕਿਨ ਨਾਲ ਇਹ ਜੀਵਾਣੂ ਖਾਦ ਦਾ ਇਸਤੇਮਾਲ ਕਰਨ ਜਿਹੜਾ ਕਿ ਫਾਸਫੋਰਸ ਨੂੰ ਘੁਲਣਸ਼ੀਲ ਬਣਾ ਕੇ ਫਾਸਫੋਰਸ ਜਿਹੜਾ ਪਲਾਂਟ ਨੂੰ ਮੁਹੱਈਆ ਕਰਾਏਗਾ। ਸੋ ਵਾਧੂ ਡੀਏਪੀ ਪਾਉਣ ਦੀ ਜ਼ਰੂਰਤ ਨਹੀਂ ਹੈ। ਸਰ ਜਿਵੇਂ ਤੁਸੀਂ ਹੁਣ ਗੱਲਬਾਤ ਮਾਤਰਾ ਦੀ ਕੀਤੀ ਹੈ ਨਾ, ਤੇ ਇਹਦੇ ਜ਼ਿਆਦਾ ਪਾਉਣ ਨਾਲ ਕੋਈ ਨੁਕਸਾਨ ਵੀ ਹੁੰਦਾ ਜੀਵਾਣੂ ਖਾਦਾਂ ਦੇ ਨਾਲ, ਜਾਂ ਮਤਲਬ ਕਿ ਕੋਈ ਨੁਕਸਾਨ ਨਹੀਂ ਹੈਗਾ? ਦੇਖੋ ਜੀਵਾਣੂ ਖਾਦ ਜਿਹੜੇ ਮੈਂ ਤੁਹਾਨੂੰ ਦੱਸਿਆ ਜਿਹੜੇ ਜੀਵਾਣੂ ਨੇ ਉਹ ਆਲਰੇਡੀ ਮਿੱਟੀ ਦੇ ਵਿੱਚੋਂ ਹੀ ਅਸੀਂ ਜਿਹੜੇ ਨੇ ਉਹਨਾਂ ਨੂੰ ਨਿਕਾਲ ਕੇ ਔਰ ਜਿਹੜੀ ਇਹ ਕੰਸੋਰਸ਼ੀਅਮ ਖਾਦ ਜਾਂ ਜਿਹੜੀ ਜੀਵਾਣੂ ਖਾਦ ਹੈ ਇਹਨੂੰ ਤਿਆਰ ਕੀਤਾ ਵਾ। ਸੋ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੈਗਾ ਕਿਉਂਕਿ ਆਲਰੇਡੀ ਹੀ ਮਿੱਟੀ ਇਹਨਾਂ ਦਾ ਘਰ ਹੈ। ਸੋ ਇਹਨਾਂ ਨੂੰ ਵਧਾ ਕੇ ਇਹਨਾਂ ਨੂੰ ਪ੍ਰਫੁੱਲਤ ਕਰਕੇ ਅਸੀਂ ਜੀਵਾਣੂ ਖਾਦ ਦੇ ਵਿੱਚ ਪਾਇਆ ਵਾ। ਸੋ ਅਗਰ ਇਹ ਵੱਧ ਵੀ ਪੈ ਜਾਣ ਤਾਂ ਇਹਦਾ ਨੁਕਸਾਨ ਨਹੀਂ ਸਗੋਂ ਫਾਇਦਾ ਹੈ। ਇਹ ਸੋਇਲ ਦੀ ਹੈਲਥ ਨੂੰ ਜਿਹੜਾ ਹੈਗਾ ਉਹ ਇੰਪਰੂਵ ਕਰਦੇ ਨੇ। ਤੇ ਸਰ ਜਿਹੜਾ ਇਹ ਕਣਕ ਦੀ ਝਾੜ ਦੇ ਵਿੱਚ ਇਹ ਜੀਵਾਣੂ ਖਾਦਾਂ ਪਾਉਣ ਦੇ ਨਾਲ ਕਿੰਨਾ ਕੁ ਵਾਧਾ ਹੁੰਦਾ? ਅਲੱਗ-ਅਲੱਗ ਫਸਲਾਂ ਦੇ ਵਾਸਤੇ ਜਿਹੜੀਆਂ ਅਸੀਂ ਜੀਵਾਣੂ ਖਾਦਾਂ ਇਜਾਦ ਕੀਤੀਆਂ ਨੇ ਅਲੱਗ-ਅਲੱਗ ਤਰ੍ਹਾਂ ਦਾ ਉਹਨਾਂ ਦਾ ਜਿਹੜਾ ਹੈਗਾ ਉਹ ਫਾਇਦਾ ਹੈਗਾ ਵੈ। ਜੇ ਆਪਾਂ ਕਣਕ ਦੀ ਗੱਲ ਕਰੀਏ ਤੇ 1.5 ਤੋਂ 2% ਤੱਕ ਦਾ ਜਿਹੜਾ ਇਹਦੇ ਵਿੱਚ ਝਾੜ ਦਾ ਜਿਹੜਾ ਵਾਧਾ ਹੈ ਉਹ ਅਸੀਂ ਦੇਖਿਆ ਵਾ। ਤੇ ਸਰ ਜੇ ਆਪਾਂ ਹੁਣ ਇਹਦੀ ਵਰਤੋਂ ਬਾਰੇ ਗੱਲਬਾਤ ਕਰੀਏ ਤੇ ਇਹਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ਤੇ ਕੀ ਢੰਗ ਹੈਗਾ ਇਸ ਦਾ ਵਰਤੋਂ ਦਾ ਅਸਲ? ਹਾਂਜੀ, ਇਹ 1 ਏਕੜ ਦੇ ਵਾਸਤੇ ਜਿਹੜਾ ਹੈਗਾ ਅਸੀਂ ਅੱਧਾ ਕਿਲੋ ਦਾ ਜਿਹੜਾ ਕੰਸੋਰਸ਼ੀਅਮ ਖਾਦ ਦਾ ਪੈਕੇਟ ਕਣਕ ਵਾਸਤੇ ਤਿਆਰ ਕੀਤਾ ਵਾ। 1 ਕਿਲੋ ਦਾ ਬੀਜ ਜਿਹੜਾ ਵੀ ਰਿਕਮੈਂਡਡ ਹੈਗਾ ਵਾ ਕਿਸੇ ਵੈਰਾਈਟੀ ਦੇ ਬਾਰੇ ਵਿੱਚ ਵਾਸਤੇ ਉਹਨੂੰ ਜਿਹੜਾ ਹੈਗਾ ਉਹਦੇ ਨਾਲ ਮਿਕਸ ਕਰਕੇ ਔਰ ਫਿਰ ਉਸ ਤੋਂ ਬਾਅਦ ਉਹਨੂੰ ਜਿਹੜਾ ਛਾਵੇਂ ਸੁਕਾ ਕੇ ਤੇ ਕਣਕ ਜਿਹੜੀ ਇਹ ਸੋਧੀ ਹੋਈ ਜਿਹੜੀ ਕਣਕ ਦੇ ਬੀਜ ਨੇ ਉਹਨਾਂ ਨੂੰ ਜਿਹੜੀ ਸੋਇੰਗ ਕੀਤੀ ਜਾਂਦੀ ਹੈ। ਇਸ ਤਰੀਕੇ ਨਾਲ ਇਹਦਾ ਜਿਹੜਾ ਇਸਤੇਮਾਲ ਹੁੰਦਾ। ਸਰ ਇਹ ਕਣਕ ਲਈ ਜੀਵਾਣੂ ਖਾਦਾਂ ਦੀ ਵਰਤੋਂ ਦੇ ਲਈ ਪੀਏਯੂ ਵੱਲੋਂ ਕੀ ਉਪਰਾਲੇ ਕੀਤੇ ਜਾਂਦੇ ਨੇ? ਮੈਨੂੰ ਇਹ ਦੱਸਦਿਆਂ ਬੜੀ ਖੁਸ਼ੀ ਹੁੰਦੀ ਹੈ ਕਿ ਤਕਰੀਬਨ ਪਿਛਲੇ 10-12 ਸਾਲ ਤੋਂ ਅਸੀਂ ਜਿਹੜੇ ਇਹ ਬਾਇਓ ਫਰਟੀਲਾਈਜ਼ਰ ਜਾਂ ਜੀਵਾਣੂ ਖਾਦਾਂ ਦਾ ਜਿਹੜਾ ਕੰਮ ਹੈ ਉਹਦੇ ਉੱਤੇ ਰਿਸਰਚ ਕਰ ਰਹੇ ਹਾਂ। ਔਰ ਤਕਰੀਬਨ ਅਸੀਂ 18 ਕ੍ਰੌਪਸ ਦੇ ਵਾਸਤੇ ਅਲੱਗ-ਅਲੱਗ ਕ੍ਰੌਪਸ ਵਾਸਤੇ ਜਿਹਦੇ ਵਿੱਚ ਕਣਕ ਝੋਨੇ ਦੇ ਇਲਾਵਾ ਸਾਡੇ ਕੋਲ ਜਿਹੜੀਆਂ ਫਲੀਦਾਰ ਫਸਲਾਂ ਨੇ, ਗੰਨੇ ਦੀ ਫਸਲ ਹੈ ਔਰ ਸਬਜ਼ੀਆਂ ਵਾਸਤੇ ਵੀ ਜਿਹੜੀ ਹੈਗੀ ਹੈ ਜੀਵਾਣੂ ਖਾਦਾਂ ਦਾ ਜਿਹੜਾ ਕੀਤਾ ਗਿਆ ਵੈ। ਔਰ ਇਹਦਾ ਜਿਹੜਾ ਉਪਰਾਲਾ ਹੈਗਾ ਅਸੀਂ ਅਲੱਗ-ਅਲੱਗ ਤਰੀਕੇ ਨਾਲ ਕਰਦੇ ਹਾਂ। ਇੱਕ ਤਾਂ ਅਸੀਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾ ਕੇ ਅਵੇਅਰਨੈਸ ਪ੍ਰੋਗਰਾਮ ਜਾਂ ਜਾਗਰੂਕਤਾ ਪ੍ਰੋਗਰਾਮ ਜਿਹੜੇ ਨੇ ਉਹ ਕਰਦੇ ਹਾਂ। ਉਹਦੇ ਇਲਾਵਾ KVKs ਦੀ ਹੈਲਪ ਦੇ ਨਾਲ ਅਸੀਂ ਫਾਰਮਰਸ ਤੱਕ ਆਪਣੀ ਜਿਹੜੀ ਜੀਵਾਣੂ ਖਾਦ ਹੈਗੀ ਆ ਉਹ ਪਹੁੰਚਾਉਂਦੇ ਹਾਂ। ਔਰ ਇਸ ਸਾਲ ਕਣਕ ਦੇ ਵਾਸਤੇ ਮੈਨੂੰ ਬੜੀ ਖੁਸ਼ੀ ਹੈ ਦੱਸਦਿਆਂ ਕਿ ਡਾਇਰੈਕਟਰ ਐਗਰੀਕਲਚਰ ਨੇ ਸਾਡੀ ਬਹੁਤ ਹੈਲਪ ਕੀਤੀ ਹੈ। ਡਿਫਰੈਂਟ ਜ਼ਿਲ੍ਹਿਆਂ ਦੇ ਜਿਹੜੇ ਚੀਫ ਐਗਰੀਕਲਚਰ ਅਫਸਰ ਨੇ ਉਹਨਾਂ ਦੀ ਮਦਦ ਦੇ ਨਾਲ ਅਸੀਂ ਜਿਹੜਾ ਹੈਗਾ ਇਹ ਜੀਵਾਣੂ ਖਾਦਾਂ ਜਿਹੜੀਆਂ ਨੇ ਇਹ ਪਹੁੰਚਾ ਰਹੇ ਹਾਂ ਕਿਸਾਨਾਂ ਤੱਕ। ਇਹਦੇ ਇਲਾਵਾ ਜਿਸ ਤਰ੍ਹਾਂ ਪੈਂਫਲੇਟਸ ਜਾਂ ਜਿਹੜੇ ਆਪਣੇ ਇਸ਼ਤਿਹਾਰ ਨੇ, ਖੇਤੀ ਸੰਦੇਸ਼ ਦੇ ਵਿੱਚ ਬਾਰ-ਬਾਰ ਜਿਹੜੇ ਆਪਣਾ ਜਿਹੜੇ ਇਹਨਾਂ ਦੇ ਇਹਦੇ ਬਾਰੇ ਜਾਣਕਾਰੀ ਹੈ ਉਹ ਦਿੰਦੇ ਹਾਂ। ਜਿਹੜਾ ਸਾਡਾ ਮੈਗਜ਼ੀਨ ਹੈ ਜਿਹੜਾ ਪ੍ਰੋਗਰੈਸਿਵ ਫਾਰਮਿੰਗ ਉਹਦੇ ਵਿੱਚ ਵੀ ਜਿਹੜੇ ਆਰਟੀਕਲਸ ਟਾਈਮ ਟੂ ਟਾਈਮ ਜਿਹੜੇ ਨੇ ਝੋਨੇ ਦੇ ਵਾਸਤੇ, ਕਣਕ ਵਾਸਤੇ, ਮਤਲਬ ਸਾਉਣੀ ਤੇ ਹਾੜੀ ਦੀਆਂ ਫਸਲਾਂ ਦੇ ਵਾਸਤੇ ਅਲੱਗ-ਅਲੱਗ ਅਸੀਂ ਜਿਹੜੇ ਉਹ ਦਿੰਦੇ ਰਹਿੰਦੇ ਹਾਂ। ਬਹੁਤ ਚੰਗਾ ਲੱਗਿਆ ਸਰ ਅੱਜ ਤੁਹਾਡੇ ਨਾਲ ਗੱਲਬਾਤ ਕਰਦੇ। ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਸਾਰੇ ਸਾਡੇ ਕਿਸਾਨ ਵੀਰ ਜਿੰਨੇ ਵੀ ਮੈਂ ਉਮੀਦ ਕਰਦਾ ਦੇਖ ਰਹੇ ਹੋਣਗੇ ਉਹਨਾਂ ਨੂੰ ਬਹੁਤ ਚੰਗੇ ਤਰੀਕੇ ਨਾਲ ਸਾਰੀਆਂ ਗੱਲਾਂ ਸਮਝਾਈਆਂ। ਸੋ ਉਮੀਦ ਕਰਦੇ ਹਾਂ ਕਿ ਅੱਜ ਦਾ ਇਹ ਪ੍ਰੋਗਰਾਮ ਤੁਸੀਂ ਸਾਰਿਆਂ ਨੇ ਜ਼ਰੂਰ ਪਸੰਦ ਕੀਤਾ ਹੋਊਗਾ ਤੇ ਬਹੁਤ ਸਾਰੀਆਂ ਗੱਲਾਂ ਇਹਦੇ ਵਿੱਚ ਨੋਟ ਕਰ ਲਈਆਂ ਹੋਣਗੀਆਂ। ਸੋ ਇਸੇ ਤਰ੍ਹਾਂ ਨਵੇਂ-ਨਵੇਂ ਵਿਸ਼ੇ ਦੇ ਉੱਤੇ ਗੱਲ ਕਰਦੇ ਰਹਾਂਗੇ। ਪ੍ਰੋਗਰਾਮ ਪੰਜਾਬ ਐਗਰੋਸ 5 ਰਿਵਰ ਦੇ ਵਿੱਚ ਦਿਓ ਆ ਗਿਆ। ਧੰਨਵਾਦ। ਯਾਦ ਰੱਖੋ ਪਨਸੀਡ ਕਣਕ ਦਾ ਬੀਜ ਹੈ ਕੀਤਾ ਤਿਆਰ ਕਿਸਾਨਾਂ ਲਈ। ਨਵਾਂ ਸੁਧਰਿਆ ਬੀਜ ਤਸੱਲੀ ਬਖਸ਼ ਮੁਨਾਫੇਦਾਰ ਤੇ ਬਹੁਤਾ ਝਾੜ ਕਿਸਾਨਾਂ ਲਈ। ਯਾਦ ਰੱਖੋ ਪਨਸੀਡ ਕਣਕ ਦਾ ਬੀਜ ਕਮਾਲ ਦੀ ਚੀਜ਼। ਬੀਜ ਖਰੀਦਣ ਲਈ ਨੇੜੇ ਦੇ ਪੰਛੀ ਡੀਲਰ ਜਾਂ ਬਲਾਕ ਵਿਕਾਸ ਖੇਤੀ ਅਧਿਕਾਰੀ ਨਾਲ ਸੰਪਰਕ ਕਰੋ। ਸੁਣੋ ਭਰਾਵੋ ਸਿਹਤ ਵਾਸਤੇ ਗੱਲ
ਗੱਲ ਸਿਆਣਿਆਂ ਦੱਸੀ ਸਹੀ ਭਰੋਸੇਮੰਦ ਵੇਰਕਾ ਦੁੱਧ ਦਹੀਂ ਤੇ ਲੱਸੀ ਇਹ ਪੰਜਾਬ ਮੇਰੇ ਦੇ ਵੀਰ ਇਹਨਾਂ ਦੇ ਮਿਰਗਾਂ ਜਿਹੇ ਸ਼ਰੀਰ ਹੌਸਲੇ ਸ਼ੇਰਾਂ ਵਰਗੇ ਨੇ ਵੇਰਕਾ ਦਾ ਦੁੱਧ ਪੀਂਦੇ ਵੇਰਕਾ ਦਾ ਦੁੱਧ ਆਮ ਕਿਸਾਨ ਨੂੰ ਬਣਾਵੇ ਹਾਈ ਅਚੀਵਰ ਪੰਜਾਬ ਐਗਰੋ ਦਾ 5 ਰਿਵਰ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਸਤਵੀਰ ਸੱਤੀ। ਤੁਸੀਂ ਵੇਖ ਰਹੇ ਹੋ ਪੰਜਾਬ ਐਗਰੋ ਦਾ ਹਫ਼ਤਾਵਾਰੀ ਪ੍ਰੋਗਰਾਮ 5 ਰਿਵਰਸ ਤੇ ਹੁਣ ਪੇਸ਼ ਨੇ ਡਾਕਟਰ ਰਣਜੀਤ ਸਿੰਘ ਤਾਂਬੜ, ਸਾਬਕਾ ਮੁਖੀ ਪ੍ਰਸਾਰ ਸਿੱਖਿਆ ਵਿਭਾਗ PAU ਵੱਲੋਂ ਲਿਖੀਆਂ ਗਈਆਂ ਖੇਤੀ ਗਤੀਵਿਧੀਆਂ। ਕਿਸਾਨ ਵੀਰੋ, ਹਾੜੀ ਦੀਆਂ ਦੂਜੀਆਂ ਫਸਲਾਂ ਜਿਵੇਂ ਕਿ ਜੌਂ, ਛੋਲੇ, ਮਸਰ ਅਤੇ ਸਰੋਂ ਦੀ ਬਿਜਾਈ ਹੁਣ ਪੂਰੀ ਕਰ ਲੈਣੀ ਚਾਹੀਦੀ ਹੈ। ਜੇਕਰ ਦੇਸੀ ਛੋਲਿਆਂ ਦੀ ਬਿਜਾਈ ਛੇਤੀ ਹੋ ਜਾਵੇ ਤਾਂ ਬੀਜ ਮਾਤਰਾ ਵਧਾ ਕੇ 27 ਕਿਲੋ ਪ੍ਰਤੀ ਏਕੜ ਕਰ ਦੇਣੀ ਚਾਹੀਦੀ ਹੈ। PBG 8, PBG 5, GPF 2, PBG 7 ਕਿਸਮਾਂ ਬੀਜੋ। ਕਾਬਲੀ ਛੋਲਿਆਂ ਦੀ L552 ਕਿਸਮ ਹੈ। ਬੀਜ ਨੂੰ ਜੈਵਿਕ ਖਾਦ ਦਾ ਟੀਕਾ ਜ਼ਰੂਰ ਲਗਾ ਲਵੋ। ਮਸਰਾਂ ਦੀ ਬਿਜਾਈ ਲਈ LL 931, LL 1373, LL 699 ਕਿਸਮਾਂ ਬੀਜੋ। 1 ਏਕੜ ਲਈ 15 ਕਿਲੋ ਬੀਜ ਦੀ ਵਰਤੋਂ ਕਰੋ। ਕਿਸਾਨ ਵੀਰੋ, ਇਸੇ ਤਰ੍ਹਾਂ ਜੌਆਂ ਦੀਆਂ PL 807, PL 426, DWRB 123 ਅਤੇ PL 891 ਕਿਸਮਾਂ ਦੀ ਸਿਫਾਰਿਸ਼ ਕੀਤੀ ਗਈ ਹੈ। PL 891 ਕਿਸਮ ਤੋਂ ਛਿਲਕਾ ਰਹਿਤ ਹੋਣ ਕਰਕੇ ਸੱਤੂ, ਫਲੇਕਸ ਅਤੇ ਆਟਾ ਵਧੀਆ ਬਣਦਾ ਹੈ। ਸਾਬਤ ਦਾਣੇ ਵੀ ਖਾਣ ਲਈ ਵਰਤੇ ਜਾ ਸਕਦੇ ਹਨ। ਰਾਇਆ ਤੇ ਅਫਰੀਕਨ ਸਰੋਂ ਦੀ ਬਿਜਾਈ ਵੀ ਹੁਣ ਪੂਰੀ ਕਰ ਲੈਣੀ ਚਾਹੀਦੀ ਹੈ। ਇਸ ਦੇ ਸਿਆੜ ਕਣਕ ਅਤੇ ਵਿੱਚ ਵੀ ਲਗਾਏ ਜਾ ਸਕਦੇ ਹਨ। PC 6 ਅਫਰੀਕਨ ਸਰੋਂ ਦੀ ਕਿਸਮ ਹੈ ਅਤੇ ਇਸ ਦਾ ਝਾੜ 8 ਕੁਇੰਟਲ ਤੱਕ ਪ੍ਰਾਪਤ ਕੀਤਾ ਜਾ ਸਕਦਾ ਹੈ। RCH 1, PHR 126, ਗਿਰੀਰਾਜ, RLC 3, PBR 357, PBR 97, PBR 91 ਅਤੇ RLM 619 ਰਾਇਆ ਦੀਆਂ ਸਿਫਾਰਿਸ਼ ਕੀਤੀਆਂ ਕਿਸਮਾਂ ਹਨ। 1 ਏਕੜ ਵਿੱਚ 1.5 ਕਿਲੋ ਬੀਜ ਦੀ ਲੋੜ ਹੈ। ਖਾਦਾਂ ਦੀ ਵਰਤੋਂ ਮਿੱਟੀ ਦੀ ਪਰਖ ਆਧਾਰ ਤੇ ਕੀਤੀ ਜਾ ਸਕਦੀ ਹੈ। ਆਮ ਖੇਤਾਂ ਵਿੱਚ 40 ਕਿਲੋ ਨਾਈਟ੍ਰੋਜਨ, 12 ਕਿਲੋ ਫਾਸਫੋਰਸ ਅਤੇ 6 ਕਿਲੋ ਪੋਟਾਸ਼ ਪਾਵੋ। ਅੱਧੀ ਨਾਈਟ੍ਰੋਜਨ ਤੇ ਦੂਜੀਆਂ ਸਾਰੀਆਂ ਖਾਦਾਂ ਦੀ ਬਿਜਾਈ ਸਮੇਂ ਸਿਰ ਪਾਵੋ। ਬਾਕੀ ਦੀ ਅੱਧੀ ਨਾਈਟ੍ਰੋਜਨ ਪਹਿਲੇ ਪਾਣੀ ਨਾਲ ਪਾਵੋ। ਕਿਸਾਨ ਵੀਰੋ, ਸਬਜ਼ੀਆਂ ਦੀ ਕਾਸ਼ਤ ਬਾਰੇ ਤੁਹਾਡੇ ਨਾਲ ਗੱਲਬਾਤ ਆਮ ਅਕਸਰ ਹੁੰਦੀ ਹੀ ਰਹਿੰਦੀ ਹੈ। ਜੇਕਰ ਸਬਜ਼ੀਆਂ ਦੀ ਬਿਜਾਈ ਨਹੀਂ ਕੀਤੀ ਤਾਂ ਹੁਣ ਵੀ ਕੁਝ ਸਬਜ਼ੀਆਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਮਟਰ ਸਰਦੀਆਂ ਦੀ ਸਭ ਤੋਂ ਵੱਧ ਪਸੰਦ ਕੀਤੀ ਜਾਣ ਵਾਲੀ ਸਬਜ਼ੀ ਹੈ। ਜੇਕਰ ਕੁਝ ਥਾਂ ਵਿਹਲੀ ਹੈ ਤਾਂ ਉੱਥੇ ਮਟਰ ਜ਼ਰੂਰ ਬੀਜੋ। ਹੁਣ ਦੀ ਬਿਜਾਈ ਲਈ ਪੰਜਾਬ 99 ਅਤੇ ਮਿੱਠੀ ਫਲੀ ਕਿਸਮਾਂ ਦੀ ਬਿਜਾਈ ਕਰਨੀ ਚਾਹੀਦੀ ਹੈ। 1 ਏਕੜ ਲਈ 30 ਕਿਲੋ ਬੀਜ ਦੀ ਲੋੜ ਪੈਂਦੀ ਹੈ। ਬਿਜਾਈ ਸਮੇਂ ਲਾਈਨਾਂ ਵਿਚਕਾਰ 30 ਅਤੇ ਬੂਟਿਆਂ ਵਿਚਕਾਰ 10 ਸੈਂਟੀਮੀਟਰ ਦਾ ਫਾਸਲਾ ਰੱਖਿਆ ਜਾਵੇ। ਬੀਜਣ ਤੋਂ ਪਹਿਲਾਂ ਬੀਜ ਨੂੰ ਰਾਈਜ਼ੋਬੀਅਮ ਦਾ ਟੀਕਾ ਜ਼ਰੂਰ ਲਗਾ ਲੈਣਾ ਚਾਹੀਦਾ ਹੈ। ਜੇਕਰ ਹੋ ਸਕੇ ਤਾਂ ਖੇਤ ਤਿਆਰ ਕਰਨ ਤੋਂ ਪਹਿਲਾਂ 8 ਟਨ ਰੂੜੀ ਪ੍ਰਤੀ ਏਕੜ ਪਾਈ ਜਾਵੇ। ਮਟਰ ਭਾਵੇਂ ਧਰਤੀ ਦੀ ਉਪਜਾਊ ਸ਼ਕਤੀ ਨੂੰ ਚੰਗਾ ਬਣਾਉਂਦੇ ਹਨ, ਪਰ ਬੀਜਣ ਸਮੇਂ 45 ਕਿਲੋ ਯੂਰੀਆ ਅਤੇ 155 ਕਿਲੋ ਸੁਪਰ ਫਾਸਫੇਟ ਪ੍ਰਤੀ ਏਕੜ ਪਾਈ ਜਾਵੇ। ਨਦੀਨਾਂ ਨੂੰ ਰੋਕਣ ਲਈ ਗੋਡੀ ਜ਼ਰੂਰ ਕਰੋ। ਬਿਜਾਈ ਤੋਂ 3 ਮਹੀਨਿਆਂ ਪਿੱਛੋਂ ਪਹਿਲੀ ਤੁੜਾਈ ਕੀਤੀ ਜਾ ਸਕਦੀ ਹੈ। ਕਿਸਾਨ ਵੀਰੋ, ਗੋਭੀ ਦੀ ਪਿਛੇਤੀ ਲੁਆਈ ਵੀ ਹੁਣ ਕੀਤੀ ਜਾ ਸਕਦੀ ਹੈ। ਜੇਕਰ ਪੂਸਾ ਸਨੋਬਾਲ 1 ਅਤੇ ਪੂਸਾ ਸਨੋਬਾਲ K1 ਕਿਸਮਾਂ ਦੀ ਪਨੀਰੀ ਮਿਲ ਸਕੇ ਤਾਂ ਵਧੀਆ ਹੈ। ਗੋਭੀ ਕੋਈ 100 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। 1 ਏਕੜ ਵਿੱਚੋਂ 90 ਕੁਇੰਟਲ ਝਾੜ ਪ੍ਰਾਪਤ ਹੋ ਜਾਂਦਾ ਹੈ। ਗਾਜਰ ਅਤੇ ਮੂਲੀ ਦੀ ਬਿਜਾਈ ਵੀ ਅਜੇ ਕੀਤੀ ਜਾ ਸਕਦੀ ਹੈ। ਸੋ ਕਿਸਾਨ ਵੀਰੋ, ਇਹ ਸੀ ਇਸ ਹਫ਼ਤੇ ਦੀਆਂ ਖੇਤੀ ਗਤੀਵਿਧੀਆਂ। ਮਿਲਾਂਗੇ ਪੰਜਾਬ ਐਗਰੋ ਦੇ ਹਫ਼ਤਾਵਾਰੀ ਪ੍ਰੋਗਰਾਮ 5 ਰਿਵਰਸ ਦੇ ਵਿੱਚ ਅਗਲੇ ਹਫ਼ਤੇ ਕੁਝ ਹੋਰ ਜਾਣਕਾਰੀਆਂ ਦੇ ਨਾਲ ਤੇ ਇੱਕ ਵਿਸ਼ੇਸ਼ ਸੂਚਨਾ ਹੋਰ। ਜਿਨ੍ਹਾਂ ਕਿਸਾਨ ਵੀਰਾਂ ਨੇ ਅਜੇ ਤੱਕ ਪੰਜਾਬ ਐਗਰੋਜ਼ 5 ਰਿਵਰ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਹੋਰ ਵਧੇਰੇ ਜਾਣਕਾਰੀਆਂ ਮਿਲਦੀਆਂ ਰਹਿਣ। ਧੰਨਵਾਦ। ਉਹ ਜ਼ਹਿਰਾਂ ਮੁਕਤ ਤੇ ਖੇਤੀ ਵੀਰੋ ਆ ਜੋ ਰਲੇ ਬਣਾਈਏ, ਆਪਣੇ ਸੋਹਣੇ ਪੰਜਾਬ ਨੂੰ ਮੁੜ ਤੰਦਰੁਸਤ ਬਣਾਈਏ, ਮੁੜ ਤੰਦਰੁਸਤ ਬਣਾਈਏ। ਆਮ ਕਿਸਾਨ ਨੂੰ ਬਣਾਵੇ ਹਾਈ ਅਚੀਵਰ ਪੰਜਾਬ ਐਗਰੋ ਦਾ 5 ਰਿਵਰ।